Dear students, in the topic of inflation, now we will discuss causes of inflation ਕਿ ਮਹਿੰਗਾਈ ਦੇ ਕੀ ਕਾਰਨ ਹਨ। ਅਸੀਂ ਦੇਖਿਆ ਹੈ ਕਿ ਮਹਿੰਗਾਈ ਨੂੰ ਸਮਝਣ ਲਈ ਅਸੀਂ ਦੋ ਤਰ੍ਹਾਂ ਦੇ ਸਿਧਾਂਤ ਪੜ੍ਹੇ ਹਨ। ਮੁਦਰਾ ਸਫੀਤੀ ਦੇ ਦੋ ਸਿਧਾਂਤ ਜੋ ਮੰਗ ਤੇ ਪੂਰਤੀ ਪੱਖ ਤੇ ਜੋ ਹੈ ਕੀਮਤਾਂ ਵਧਦੀਆਂ ਹਨ ਉਹਨਾਂ ਨੂੰ ਐਕਸਪਲੇਨ ਕਰਦੇ ਹਨ, ਵਿਆਖਿਆ ਕਰਦੇ ਹਨ, ਜਿਸ ਨੂੰ ਅਸੀਂ ਡਿਮਾਂਡ ਪੁੱਲ ਇਨਫਲੇਸ਼ਨ, ਮੰਗ ਪ੍ਰੇਰਿਤ ਮੁਦਰਾ ਸਫੀਤੀ ਅਤੇ ਕਾਸਟ ਪੁਸ਼ ਇਨਫਲੇਸ਼ਨ, ਲਾਗਤ ਪ੍ਰੇਰਿਤ ਮੁਦਰਾ ਸਫੀਤੀ ਦੇ ਨਾਂ ਨਾਲ ਪੜ੍ਹਿਆ ਸੀ। ਸੋ ਹੁਣ ਅਸੀਂ ਕੁਝ ਕਾਰਨ ਦੇਖਾਂਗੇ ਜੋ ਕਿ ਮੰਗ ਪੱਖ ਅਤੇ ਪੂਰਤੀ ਪੱਖ ਤੇ ਕੀਮਤਾਂ ਦੇ ਵਿੱਚ ਵਾਧੇ ਲਈ ਜ਼ਿੰਮੇਵਾਰ ਹਨ। ਸੋ ਲੈਟ ਅਸ ਡਿਸਕਸ ਥੀਸ ਕਾਜ਼ਸ ਫਸਟ ਔਨ ਡਿਮਾਂਡ ਸਾਈਡ ਐਂਡ ਦੈਨ ਔਨ ਸਪਲਾਈ ਸਾਈਡ। First, increase in public expenditure on demand side. Okay, whenever there is increase in public expenditure, this leads to increase in purchasing power, which in turn leads to more demand for goods and services. ਕਿ ਜਦੋਂ ਸਾਰਵਜਨਿਕ ਖਰਚ ਵੱਧਦਾ ਹੈ ਜਿਸ ਵਿੱਚ ਦੇਸ਼ ਦੀ ਜੋ ਕੇਂਦਰੀ ਰਾਜ ਜਾਂ ਜੋ ਉਸ ਦੀਆਂ ਲੋਕਲ ਗਵਰਨਮੈਂਟਸ ਨੇ, ਜੋ ਸਰਕਾਰਾਂ ਹਨ, ਉਹ ਖਰਚਾ ਕਰਦੀਆਂ ਹਨ, ਜਿਸ ਦਾ ਕਿ ਉਦੇਸ਼ ਦੇਸ਼ ਦਾ ਵਿਕਾਸ, ਦੇਸ਼ ਦੀ ਸੁਰੱਖਿਆ ਜਾਂ ਪ੍ਰਸ਼ਾਸਨਿਕ ਕੰਮ ਆਦਿ ਹੋ ਸਕਦੇ ਹਨ, ਲੋਕ ਭਲਾਈ ਦੇ ਕੰਮ ਹੋ ਸਕਦੇ ਹਨ। ਤੋ ਜਦੋਂ ਸਰਕਾਰ ਇਸ ਤਰ੍ਹਾਂ ਖਰਚਾ ਕਰਦੀ ਹੈ, ਸਾਰਵਜਨਿਕ ਖਰਚ ਵੱਧਦਾ ਹੈ, ਤਾਂ ਇਸ ਦੇ ਨਾਲ ਲੋਕਾਂ ਦੀ ਖਰੀਦ ਸ਼ਕਤੀ, ਜੋ ਉਹਨਾਂ ਦੀ ਆਮਦਨ ਵੱਧਦੀ ਹੈ, ਖਰੀਦ ਸ਼ਕਤੀ ਵੱਧਦੀ ਹੈ, ਜਿਸ ਦੇ ਕਾਰਨ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵੱਧਦੀ ਹੈ। ਸੋ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ ਲੀਡਸ ਟੂ ਇਨਕਰੀਜ਼ ਇਨ ਪਰਚੇਜ਼ਿੰਗ ਪਾਵਰ ਆਫ ਦਾ ਪੀਪਲ ਵਿਚ ਰਿਜ਼ਲਟ ਇਨ ਮੋਰ ਡਿਮਾਂਡ ਫਾਰ ਗੁਡਸ ਐਂਡ ਸਰਵਿਸਿਜ਼। ਅਤੇ ਕਿਹਾ ਗਿਆ ਹੈ ਕਿ ਆਫਟਰ ਫੁੱਲ ਇੰਪਲਾਇਮੈਂਟ ਦੇਰ ਇਜ਼ ਨੋ ਇਨਕਰੀਜ਼ ਇਨ ਪ੍ਰੋਡਕਸ਼ਨ ਆਫ ਗੁਡਸ ਐਂਡ ਸਰਵਿਸਿਜ਼। ਕਿ ਜੇ ਪੂਰਨ ਰੁਜ਼ਗਾਰ ਆ ਗਿਆ ਹੈ ਅਤੇ ਉਸ ਤੋਂ ਬਾਅਦ ਵਿੱਚ ਜੇ ਪਬਲਿਕ ਐਕਸਪੈਂਡੀਚਰ, ਸਾਰਵਜਨਿਕ ਖਰਚ ਵੱਧਦਾ ਹੈ, ਤਾਂ ਇਸ ਦੇ ਨਾਲ ਲੋਕ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਕਰਨਗੇ, ਪਰ ਇਸ ਵਸਤੂਆਂ ਅਤੇ ਸੇਵਾਵਾਂ ਦੀ ਪੂਰਤੀ ਨਹੀਂ ਵੱਧ ਸਕਦੀ, ਇਸ ਕਰਕੇ ਕੀਮਤਾਂ ਵਿੱਚ ਵਾਧਾ ਹੋਏਗਾ। ਸੋ ਇੱਕ ਕਾਰਨ ਹੋ ਸਕਦਾ ਹੈ ਪਬਲਿਕ ਐਕਸਪੈਂਡੀਚਰ, ਕਿ ਜੋ ਡਿਮਾਂਡ ਹੈ ਉਹ ਸਾਰਵਜਨਿਕ ਖਰਚ ਦੇ ਵਧਣ ਕਰਕੇ ਵੀ ਵੱਧਦੀ ਹੈ, ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਅਤੇ ਅਸੀਂ ਇਹ ਵੀ ਦੇਖਿਆ ਸੀ ਕਿ ਕੀਮਤਾਂ ਵਿੱਚ ਵਾਧਾ ਜੋ ਪੂਰਨ ਰੁਜ਼ਗਾਰ ਤੋਂ ਬਾਅਦ ਵਿੱਚ ਹੋਣਾ ਹੀ ਜ਼ਰੂਰੀ ਨਹੀਂ ਹੈ। ਕਿ ਜੇਕਰ ਪਬਲਿਕ ਐਕਸਪੈਂਡੀਚਰ, ਸਾਰਵਜਨਿਕ ਖਰਚ ਵੱਧਦਾ ਹੈ, ਤਾਂ ਪੂਰਨ ਰੁਜ਼ਗਾਰ ਦੀ ਸਥਿਤੀ ਤੋਂ ਪਹਿਲਾਂ ਵੀ ਜੋ ਹੈ ਕੀਮਤਾਂ ਵੱਧ ਸਕਦੀਆਂ ਹਨ, ਕਿਉਂਕਿ ਮੰਗ ਤੇ ਵੱਧ ਜਾਂਦੀ ਹੈ, ਪਰ ਜੋ ਪੂਰਤੀ ਹੈ ਉਹ ਇੱਕਦਮ ਨਹੀਂ ਵੱਧ ਪਾਉਂਦੀ। ਉਤਪਾਦਨ ਪ੍ਰਕਿਰਿਆ ਵਿੱਚ ਕੁਝ ਰੁਕਾਵਟਾਂ ਵੀ ਹੋ ਸਕਦੀਆਂ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਪਬਲਿਕ ਐਕਸਪੈਂਡੀਚਰ ਵਿੱਚ ਹੋਣ ਵਾਲੇ ਵਾਧੇ ਕਾਰਨ ਵੀ ਕੀਮਤਾਂ, ਜੋ ਮੰਗ ਵੱਧਦੀ ਹੈ ਉਸ ਦੇ ਨਾਲ ਕੀਮਤਾਂ ਵੱਧਦੀਆਂ ਹਨ। ਦੈਨ ਡੈਫਿਸਿਟ ਫਾਈਨਾਂਸਿੰਗ, when government covers its deficit by printing more notes, it leads to increase in the monetary income of the people. ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਸਾਰਵਜਨਿਕ ਖਰਚ ਤੋਂ ਬਾਅਦ ਵਿੱਚ ਜਿਹੜਾ ਦੂਸਰਾ ਇੱਕ ਮੇਨ ਕਾਰਨ, ਜਿਸ ਨੂੰ ਕਿ ਘਾਟੇ ਦੀ ਵਿੱਤ ਵਿਵਸਥਾ ਕਿਹਾ ਗਿਆ ਹੈ, ਹਾਲਾਂਕਿ ਇਹ ਦੋਨੇ ਫਿਜ਼ੀਕਲ ਪਾਲਿਸੀ ਦੇ ਵਿੱਚ ਹੀ ਆਉਂਦੇ ਹਨ। ਰਾਜਕੋਸ਼ੀ ਨੀਤੀ, ਚਾਹੇ ਉਹ ਸਾਰਵਜਨਿਕ ਖਰਚ ਹੈ ਜਾਂ ਡੈਫਿਸਿਟ ਫਾਈਨਾਂਸਿੰਗ ਹੈ, ਘਾਟੇ ਦੀ ਵਿੱਤ ਵਿਵਸਥਾ। ਤਾਂ ਜਦੋਂ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਤੇ ਉਸ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਨਵੇਂ ਨੋਟ ਛਾਪੇ ਜਾਣਗੇ, ਜਿਸ ਨਾਲ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ, ਲੋਕਾਂ ਦੀ ਮੌਦਰਿਕ ਆਮਦਨ ਵੱਧ ਜਾਂਦੀ ਹੈ। ਪਰੰਤੂ ਇਸ ਦੇ ਨਾਲ ਮੌਦਰਿਕ ਆਮਦਨ ਤੇ ਵੱਧ ਜਾਂਦੀ ਹੈ, ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵੀ ਵੱਧ ਜਾਂਦੀ ਹੈ, ਪਰ ਪੂਰਤੀ ਜੋ ਹੈ ਉਹ ਨਹੀਂ ਵੱਧ ਪਾਉਂਦੀ, ਜਿਸ ਕਰਕੇ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵਧਣ ਕਰਕੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਸੋ ਇਸ ਕਰਕੇ ਡੈਫਿਸਿਟ ਫਾਈਨਾਂਸਿੰਗ, ਘਾਟੇ ਦੀ ਵਿੱਤ ਵਿਵਸਥਾ ਜੇ ਜ਼ਿਆਦਾ ਹੋਏਗੀ, ਘਾਟੇ ਦੀ ਵਿੱਤ ਵਿਵਸਥਾ ਕਰਕੇ ਮੌਦਰਿਕ ਆਮਦਨ ਵਿੱਚ ਵਾਧਾ ਹੁੰਦਾ ਹੈ, ਲੋਕਾਂ ਦੀ ਮੌਦਰਿਕ ਆਮਦਨ ਵਧ ਜਾਂਦੀ ਹੈ, ਜਿਸ ਕਰਕੇ ਉਹ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਜ਼ਿਆਦਾ ਕਰਦੇ ਹਨ। However, production does not increase to the extent good demand for goods increase. ਸੋ ਜਿੰਨੀ ਜ਼ਿਆਦਾ ਵਸਤੂਆਂ ਦੀ ਮੰਗ ਵਧੀ ਹੈ, ਪੂਰਤੀ ਜਾਂ ਉਤਪਾਦਨ ਉਨਾ ਨਹੀਂ ਵੱਧਦਾ, ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੋ ਘਾਟੇ ਦੀ ਵਿੱਤ ਵਿਵਸਥਾ ਹੈ ਉਸ ਕਰਕੇ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੈਨ ਚੀਪ ਮੋਨਟਰੀ ਪਾਲਿਸੀ, ਸਸਤੀ ਮੌਦਰਿਕ ਨੀਤੀ। Cheap monetary policy also causes excessive increase in supply of money and thereby increase in demand for goods and services. It result into rise in prices. ਕਿ ਜਿਸ ਤਰ੍ਹਾਂ ਅਸੀਂ ਦੇਖਿਆ ਸੀ ਕਿ ਜੇ ਜੋ ਕੇਂਦਰੀ ਬੈਂਕ ਹੈ ਉਹ ਸਸਤੀ ਮੌਦਰਿਕ ਨੀਤੀ ਅਪਣਾਉਂਦੀ ਹੈ, ਜਿਸ ਦੇ ਵਿੱਚ ਜੋ ਵਿਆਜ ਦੀ ਦਰ ਘੱਟ ਰੱਖੀ ਜਾਂਦੀ ਹੈ ਜਾਂ ਕ੍ਰੈਡਿਟ ਨੂੰ ਐਕਸਪੈਂਡ ਕੀਤਾ ਜਾਂਦਾ ਹੈ, ਕਿ ਲੋਕ ਉਧਾਰ ਪੈਸਾ ਲੈ ਕੇ, ਕਿਉਂਕਿ ਪੈਸਾ ਉਧਾਰ ਜੋ ਮਿਲ ਰਿਹਾ ਹੈ ਉਹ ਸਸਤਾ ਮਿਲ ਰਿਹਾ ਹੈ, ਇਸ ਕਰਕੇ ਲੋਕੀ ਉਧਾਰ ਲੈ ਕੇ ਵੀ ਖਰਚਾ ਕਰਨਾ ਜਿਹੜਾ ਹੈ ਉਹ ਸ਼ੁਰੂ ਕਰ ਦੇਣਗੇ। ਸੋ ਚੀਪ ਮੋਨਟਰੀ ਪਾਲਿਸੀ ਦੇ ਵਿੱਚ ਕਿਉਂਕਿ ਬੈਂਕ ਰੇਟ ਘੱਟ ਜਾਂਦਾ ਹੈ, ਜਾਂ ਰੈਪੋ ਰੇਟ, ਰਿਵਰਸ ਰੈਪੋ ਰੇਟ ਐਟਸੈਟਰਾ, ਜੋ ਅਸੀਂ ਮੋਨਟਰੀ ਪਾਲਿਸੀ ਵਿੱਚ ਵੀ ਪੜਾਂਗੇ,
ਸੋ ਸਸਤੀ ਮੌਦਰਿਕ ਨੀਤੀ ਦਾ ਅਸਰ ਜੋ ਪੈਂਦਾ ਹੈ ਉਹ ਵਿਆਜ ਤੇ ਪੈਂਦਾ ਹੈ, ਜਿਸ ਕਰਕੇ ਪੈਸਾ ਉਧਾਰ ਲੈਣਾ ਸਸਤਾ ਹੋ ਜਾਂਦਾ ਹੈ। ਤੇ ਜੇ ਪੈਸਾ ਉਧਾਰ ਸਸਤਾ ਮਿਲ ਰਿਹਾ ਹੈ ਤਾਂ ਲੋਕ ਉਧਾਰ ਪੈਸਾ ਲੈ ਕੇ ਵੀ ਡਿਮਾਂਡ ਜ਼ਿਆਦਾ ਕਰਨ ਲੱਗ ਪੈਂਦੇ ਹਨ, ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਸੋ ਚੀਪ ਮੋਨਟਰੀ ਪਾਲਿਸੀ ਲੀਡਸ ਟੂ increase in demand for goods and services because now the rate of interest is quite low। ਕਾਫੀ ਸਸਤੇ ਦਰ ਦੇ ਉੱਤੇ ਜਿਹੜਾ ਹੈ ਉਹ ਵਿਆਜ ਦੀ ਦਰ ਤੇ ਉਧਾਰ ਮਿਲ ਜਾਂਦਾ ਹੈ, ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਲੋਕ ਮੰਗ ਜ਼ਿਆਦਾ ਕਰਨ ਲੱਗ ਪੈਂਦੇ ਹਨ। ਦੈਨ ਇਨਕਰੀਜ਼ ਇਨ ਡਿਸਪੋਜ਼ੇਬਲ ਇਨਕਮ, ਕਿ ਖਰਚਯੋਗ ਆਮਦਨ ਵਿੱਚ ਵਾਧਾ। Another cause of inflation is increase in income of consumers, ਕਿ with the time we know income increases। Disposable income means the income that now people can dispose of according to their wish, ਕਿ ਇਹ ਖਰਚਯੋਗ ਆਮਦਨ ਕਿ ਟੈਕਸ ਵਗੈਰਾ ਕੱਟ ਕੇ ਜੋ ਆਮਦਨ ਬਚੀ ਹੈ ਉਹ ਟੈਕਸ ਤੋਂ ਜੋ ਹੈ ਸਰਕਾਰ ਟੈਕਸ ਲੈਂਦੀ ਹੈ ਆਮਦਨ ਦੇ ਵਿੱਚੋਂ, ਇਨਕਮ ਟੈਕਸ। ਤੇ ਜੋ ਟੈਕਸ ਵਗੈਰਾ ਦੇ ਕੇ ਜਾਂ ਫੀਸ ਫਾਈਨ ਵਗੈਰਾ ਦੇ ਕੇ ਖਰਚਣ ਦੇ ਲਈ ਆਮਦਨ ਬਚਦੀ ਉਸਨੂੰ ਖਰਚਯੋਗ ਆਮਦਨ ਕਿਹਾ ਜਾਂਦਾ ਹੈ। ਤੇ ਇਸ ਦਾ ਅਸਰ ਇਹ ਵੀ ਹੁੰਦਾ ਹੈ ਕਿ ਜਦੋਂ ਲੋਕਾਂ ਦੀ ਖਰਚਯੋਗ ਆਮਦਨ ਵੱਧਦੀ ਹੈ ਤਾਂ ਉਹਨਾਂ ਦੇ ਉੱਤੇ ਇੱਕ ਦਿਖਾਵਾ ਪ੍ਰਭਾਵ ਡਿਮੋਨਸਟ੍ਰੇਸ਼ਨ ਇਫੈਕਟ ਪੈ ਜਾਂਦਾ ਹੈ ਕਿ ਉਹ ਡਿਮਾਂਡ ਜ਼ਿਆਦਾ ਕਰਦੇ ਹਨ ਆਪਣਾ ਸਟੈਂਡਰਡ ਆਫ ਲਿਵਿੰਗ, ਜੀਵਨ ਦਾ ਪੱਧਰ ਉੱਚਾ ਕਰਨ ਦੇ ਲਈ। ਤੇ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਉਹ ਜੇ ਉਹਨਾਂ ਦੀ ਪ੍ਰੈਜ਼ੈਂਟ ਈਵਨ ਇਫ देयर ਪ੍ਰੈਜ਼ੈਂਟ ਇਨਕਮ ਇਜ਼ ਲੋ ਦੇ ਡਰਾ ਅਪਨ देयर ਪਾਸਟ ਸੇਵਿੰਗ ਟੂ ਸਪੈਂਡ ਅਪਨ ਕੰਸਪੀਕੂਅਸ ਕੰਜ਼ੰਪਸ਼ਨ। ਸੋ ਕਿ ਜੋ ਵਿਖਾਵੇ ਵਾਲੀ ਜੋ ਉਪਭੋਗ ਹੈ ਕਿ ਕਿਉਂਕਿ ਆਮਦਨ ਵੱਧ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਉਹ ਉੱਦਾਂ ਦੀ ਜੀਵਨ ਸ਼ੈਲੀ ਅਪਣਾਈਏ ਜਿਸ ਦੇ ਵਿੱਚ ਅਸੀਂ ਦੱਸ ਸਕੀਏ ਕਿ ਅਸੀਂ ਹੁਣ ਸਾਡੀ ਆਮਦਨ ਵੱਧ ਚੁੱਕੀ ਹੈ। ਨਾਓ ਵੀ ਬਿਲੋਂਗ ਟੂ ਦ ਅਪਰ ਕਲਾਸ ਆਫ ਦ ਸੋਸਾਇਟੀ। ਸੋ ਜਿਸ ਕਰਕੇ ਉਹ ਜਿੰਨੀ ਆਮਦਨ ਵਧੀ ਹੈ ਉਸ ਤੋਂ ਜੋ ਹੈ ਪੁਰਾਣੀਆਂ ਸੇਵਿੰਗ ਯੂਜ਼ ਕਰਕੇ ਵੀ ਖਰਚਾ ਵਧਾ ਸਕਦੇ ਹਨ ਜਾਂ ਵਧਾਉਂਦੇ ਹਨ, ਜਿਸ ਕਰਕੇ ਮੰਗ ਵੱਧ ਜਾਂਦੀ ਹੈ ਤੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਸੋ ਦਿਸ ਇਜ਼ ਕਾਲਡ ਇਨਕਰੀਜ਼ ਇਨ ਡਿਸਪੋਜ਼ੇਬਲ ਇਨਕਮ। ਇਸ ਵਿੱਚ ਜੋ ਹੈ ਵਿਖਾਵਾ ਪ੍ਰਭਾਵ, ਡਿਮੋਨਸਟ੍ਰੇਸ਼ਨ ਇਫੈਕਟ ਅਤੇ ਕੰਸਪੀਕੂਅਸ ਕੰਜ਼ੰਪਸ਼ਨ ਜੋ ਹੈ ਕਿ ਜਿਹੜੀ ਉਪਭੋਗ ਸਿਰਫ ਇਸ ਕਰਕੇ ਕੀਤਾ ਜਾ ਰਿਹਾ, ਹਾਲਾਂਕਿ ਉਸਦੀ ਕੋਈ ਇੰਨੀ ਜ਼ਰੂਰਤ ਨਹੀਂ ਹੈ, ਪਰ ਸਿਰਫ ਇਹ ਦਿਖਾਵੇ ਦੇ ਲਈ ਕਿ ਸਾਡੀ ਜੋ ਆਮਦਨ ਵੱਧ ਰਹੀ ਹੈ ਤੇ ਅਸੀਂ ਜੋ ਹੈ ਉੱਚਾ ਜੀਵਨ ਪੱਧਰ ਜੀ ਰਹੇ ਹਾਂ। ਦੈਨ ਬਲੈਕ ਮਨੀ, ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਾਲੇ ਧਨ ਦੀ ਸਮੱਸਿਆ ਹੈ ਕਿਉਂਕਿ ਉਤਪਾਦਨ ਕੀਤਾ ਜਾਂਦਾ ਹੈ ਜੋ ਆਮਦਨ ਜਿੰਨੀ ਜਨਰੇਟ ਹੋਈ ਹੈ, ਜਿੰਨੀ ਆਮਦਨ ਪੈਦਾ ਹੋਈ ਉਹਦੇ ਅਨੁਸਾਰ। ਬਟ ਵੈਨ ਬਲੈਕ ਮਨੀ ਯੂਜ਼ਡ ਇਨ ਟ੍ਰਾਂਜੈਕਸ਼ਨ, ਵੈਨ ਪੀਪਲ demand or buy consumer goods with the help of black money. So black money, it is very difficult to estimate about the demand or the expenditure that people can make on consumer goods if they are using black money, ਕਿਉਂਕਿ ਜੋ ਪੈਸਾ ਕਮਾਇਆ ਗਿਆ ਹੈ, ਜੋ ਕਾਊਂਟਡ ਮਨੀ ਹੈ, ਉਹਦਾ ਤੇ ਪਤਾ ਲੱਗ ਜਾਂਦਾ ਹੈ ਕਿ ਲੋਕਾਂ ਕੋਲ ਇੰਨਾ ਪੈਸਾ ਹੈ ਤੇ ਉਸ ਦੇ ਨਾਲ ਇੰਨੀ ਕੁ ਮੰਗ ਕਰਨਗੇ ਤੇ ਉਸ ਦੇ ਅਨੁਸਾਰ ਹੀ ਉਤਪਾਦਨ ਹੋ ਸਕਦਾ ਹੈ। ਪਰੰਤੂ ਜੇਕਰ ਕਾਲਾ ਧਨ ਇਸਤੇਮਾਲ ਕੀਤਾ ਜਾ ਰਿਹਾ, ਜਿਹੜਾ ਜ਼ਿਆਦਾਤਰ ਲਗਜ਼ਰੀ ਗੁੱਡਸ ਦੇ ਉੱਤੇ ਇਸਤੇਮਾਲ ਜਾਂ ਕੰਸਪੀਕੂਅਸ ਕੰਜ਼ੰਪਸ਼ਨ ਜਿਸ ਤਰ੍ਹਾਂ ਆਪਾਂ ਕਿਹਾ ਹੈ ਵਿਖਾਵੇ ਦੇ ਲਈ, ਤਾਂ ਇਹਦੇ ਨਾਲ ਜੋ ਕੀਮਤਾਂ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ ਕਿਉਂਕਿ ਇਹ ਪੈਸਾ ਜਿਹੜਾ ਹੈ ਉਹ ਬੇਤਹਾਸ਼ਾ ਖਰਚਿਆ ਜਾਂਦਾ ਹੈ। ਇਨਕਰੀਜ਼ ਇਨ ਇਨਵੈਸਟਮੈਂਟ, ਕਿ ਜਦੋਂ ਨਿਵੇਸ਼ ਵਿੱਚ ਵਾਧਾ ਹੋ ਜਾਏ, ਧਿਆਨ ਦਿਓ ਕਿਉਂਕਿ ਐਗਰੀਗੇਟ ਡਿਮਾਂਡ ਜੋ ਹੈ ਉਹਦੇ ਵਿੱਚ ਅਸੀਂ ਦੇਖਿਆ ਸੀ ਦੋ ਪਾਰਟ ਨੇ, C+I। ਸੋ ਜਦੋਂ ਇਨਵੈਸਟਮੈਂਟ ਵਿੱਚ ਵਾਧਾ ਹੋਏਗਾ, ਇਨਕਰੀਜ਼ ਇਨ ਇਨਵੈਸਟਮੈਂਟ ਆਲਸੋ ਅਕਾਊਂਟਸ ਫॉर ਇਨਫਲੇਸ਼ਨ। ਵੈਨ ਪ੍ਰੋਸਪੈਕਟਸ ਆਫ ਪ੍ਰੋਫਿਟ ਆਰ ਕੁਆਇਟ ਬ੍ਰਾਈਟ, ਫਰਮਸ ਇਨਕਰੀਜ਼ देयर ਇਨਵੈਸਟਮੈਂਟ, ਕਿ ਜਦੋਂ ਫਰਮਸ ਨੂੰ ਲੱਗਦਾ ਹੈ ਕਿ ਨਿਵੇਸ਼ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਲਾਭ ਦੀ ਉਮੀਦ ਜ਼ਿਆਦਾ ਹੈ, ਤਾਂ ਉਹ ਜ਼ਿਆਦਾ ਨਿਵੇਸ਼ ਕਰਨ ਤੋਂ ਭਾਵ ਇਹ ਹੈ ਕਿ ਪੂੰਜੀਗਤ ਪਦਾਰਥਾਂ ਉੱਤੇ, ਨਵੇਂ ਪੂੰਜੀਗਤ ਪਦਾਰਥਾਂ ਤੇ ਖਰਚਾ ਵਧਾ ਦਿੱਤਾ ਜਾਂਦਾ ਹੈ, ਜਿਸ ਕਰਕੇ ਪੂੰਜੀਗਤ ਪਦਾਰਥਾਂ ਦੀ ਮੰਗ ਵੱਧ ਜਾਂਦੀ ਹੈ ਅਤੇ ਜੇ ਉਹਨਾਂ ਦੀ ਮੰਗ ਵੱਧ ਜਾਂਦੀ ਹੈ ਤਾਂ ਉਹ ਵੀ ਮਹਿੰਗੇ ਹੋ ਜਾਣਗੇ, ਕਿ ਮਸ਼ੀਨਾਂ, ਇਕਵਿਪਮੈਂਟਸ ਵਗੈਰਾ, ਜੋ ਮਸ਼ੀਨਰੀ ਹੈ, ਔਜ਼ਾਰ ਹਨ, ਪਲਾਂਟ ਵਗੈਰਾ, ਉਹਨਾਂ ਦੀ ਕੀਮਤ ਵੱਧ ਜਾਏਗੀ, ਜਿਸ ਕਰਕੇ ਜੇ ਕੈਪੀਟਲ ਗੁੱਡਸ ਮਹਿੰਗੀਆਂ ਹੋ ਜਾਣਗੀਆਂ ਤਾਂ ਇਸ ਦਾ ਅਸਰ ਦੂਸਰੀਆਂ ਵਸਤੂਆਂ ਤੇ ਵੀ ਪਏਗਾ ਕਿਉਂਕਿ ਇਹ ਉਹ ਵਸਤੂਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਬਾਕੀ ਵਸਤੂਆਂ ਪ੍ਰੋਡਿਊਸ ਕੀਤੀਆਂ, ਉਤਪਾਦਿਤ ਕੀਤੀਆਂ ਜਾਣਗੀਆਂ। ਰਿਡਕਸ਼ਨ ਇਨ ਟੈਕਸਸ, when government reduces taxes, people's real and monetary income increases, this causes increase in their effective demand, ਕਿ ਜੇ ਕਿਸੇ ਵਜ੍ਹਾ ਕਰਕੇ ਟੈਕਸਸ ਘਟਾ ਦਿੱਤੇ ਜਾਣ ਤੇ ਜਦੋਂ ਟੈਕਸਸ ਵਿੱਚ ਕਮੀ ਆਏਗੀ ਤਾਂ ਲੋਕਾਂ ਦੀ ਜੋ ਡਿਸਪੋਜ਼ੇਬਲ ਇਨਕਮ ਹੈ, ਜਿਸ ਨੂੰ ਆਪਾਂ ਖਰਚਯੋਗ ਆਮਦਨ ਕਹਿੰਦੇ ਹਾਂ, ਉਹ ਵੱਧ ਜਾਂਦੀ ਹੈ, ਜਿਸ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਪੈਸਾ ਬਚ ਰਿਹਾ ਹੈ ਤੇ ਉਸ ਪੈਸੇ ਨੂੰ ਸੇਵਿੰਗ ਉਹਦੀ ਕਰਨ ਦੀ ਬਜਾਏ ਹੋ ਸਕਦਾ ਹੈ ਲੋਕ ਉਹਦਾ ਖਰਚਾ ਕਰਨ ਲੱਗ ਪੈਣ, ਜਿਸ ਕਰਕੇ ਮੰਗ ਵੱਧ ਜਾਏਗੀ ਤੇ ਕੀਮਤਾਂ ਵਿੱਚ ਵਾਧਾ ਹੋਏਗਾ। ਲੈਸ ਪਬਲਿਕ ਬੋਰੋਇੰਗ, ਪਬਲਿਕ ਬੋਰੋਇੰਗ ਸਾਰਵਜਨਿਕ ਜੋ ਕਰਜ਼ ਲਿਆ ਜਾਂਦਾ ਹੈ ਸਰਕਾਰ ਦੁਆਰਾ,
ਔਰ ਵੈਨ ਓਲਡ ਡੈਟਸ ਆਰ ਰੀਪੇਡ, ਕਿ ਜੇ ਸਰਕਾਰ ਨੇ ਪੁਰਾਣੇ ਕਰਜ਼ੇ ਜੋ ਲਏ ਹਨ ਉਹਨਾਂ ਨੂੰ ਵਾਪਸ ਕਰੇਗੀ, ਅਰਥਾਤ ਲੋਕਾਂ ਦੇ ਹੱਥਾਂ ਵਿੱਚ ਪੈਸਾ ਵਾਪਸ ਆਏਗਾ, ਜਾਂ ਦੂਸਰੇ ਪਾਸੇ ਸਰਕਾਰ ਜੋ ਹੈ ਉਹ ਲੋਨ ਲੈਣਾ ਘਟਾ ਦੇਗੀ। ਪੀਪਲ in both cases people are left with more money in their hands when there is less public borrowing, so this will lead to increase in demand। ਕਿ ਹੋਏਗਾ ਕਿ ਜਦੋਂ ਲੋਕਾਂ ਦੇ ਕੋਲ ਪੈਸਾ ਜ਼ਿਆਦਾ ਆ ਜਾਏਗਾ, ਜੋ ਸਰਕਾਰ ਪੁਰਾਣੇ ਕਰਜ਼ੇ ਵਾਪਸ ਕਰ ਰਹੀ ਹੈ ਜਾਂ ਅੱਗੇ ਹੋਰ ਕਰਜ਼ੇ ਨਹੀਂ ਲੈ ਰਹੀ, ਤਾਂ ਫਿਰ ਇਸ ਦੇ ਨਾਲ ਹੁੰਦਾ ਕੀ ਹੈ ਕਿ ਉਹ ਪੈਸਾ ਜੋ ਲੋਕਾਂ ਨੇ ਸਰਕਾਰ ਨੂੰ ਸ਼ਾਇਦ ਉਧਾਰ ਦੇ ਦੇਣਾ ਸੀ ਕਿਉਂਕਿ ਉਹਦੇ ਤੋਂ ਵਿਆਜ ਕਮਾਉਂਦੇ, ਪਰ ਹੁਣ ਉਹ ਉਸ ਨੂੰ ਖਰਚ ਕਰਨਾ ਚਾਹਣਗੇ, ਜਿਸ ਕਰਕੇ ਉਹ ਵਸਤੂਆਂ ਤੇ ਸੇਵਾਵਾਂ ਦੀ ਮੰਗ ਜ਼ਿਆਦਾ ਕਰਨਗੇ। ਪਰ ਵਸਤੂਆਂ ਤੇ ਸੇਵਾਵਾਂ ਉਨੀਆਂ ਹੀ ਹਨ ਜਿੰਨੀਆਂ ਇਹ ਉਤਪਾਦਿਤ ਹੋਈਆਂ ਹਨ, ਇਸ ਕਰਕੇ ਜੋ ਮੰਗ ਵਿੱਚ ਵਾਧਾ ਹੋਏਗਾ ਉਸ ਦੇ ਨਾਲ ਵੀ ਕੀਮਤਾਂ ਵਧਣਗੀਆਂ। ਦੈਨ ਇਨਕਰੀਜ਼ ਇਨ ਪਾਪੂਲੇਸ਼ਨ, ਵੈਰੀ ਸਿੰਪਲ, not difficult to understand, whenever there is increase in population this will lead to more and more demand for various goods and services, but it is not possible to increase supply easily, so this will lead to increase in prices। ਕਿ ਜਦੋਂ ਵਸੋਂ ਵਿੱਚ ਵਾਧਾ ਹੁੰਦਾ ਹੈ, ਜਨਸੰਖਿਆ ਵਿੱਚ ਵਾਧਾ ਹੁੰਦਾ ਹੈ, ਤਾਂ ਬਹੁਤ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਮੰਗ ਜੋ ਕੁਦਰਤੀ ਤੌਰ ਤੇ ਵੱਧ ਜਾਂਦੀ ਹੈ, ਜਿਸ ਦੇ ਕਾਰਨ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ ਕਿਉਂਕਿ ਪੂਰਤੀ ਜਿਹੜੀ ਹੈ ਉਹ ਇੰਨੀ ਜਲਦੀ ਨਹੀਂ ਵੱਧਦੀ। ਦੈਨ ਇਨਕਰੀਜ਼ ਇਨ ਐਕਸਪੋਰਟਸ, ਹੁਣ ਐਕਸਪੋਰਟ ਜੋ ਹੈ ਨਿਰਯਾਤ, ਇਹਦਾ ਕੀ ਅਸਰ ਹੈ ਮੰਗ ਜਾਂ ਪੂਰਤੀ ਸਾਈਡ ਤੇ ਆਪਾਂ ਦੇਖਾਂਗੇ। ਸੋ ਇਨਕਰੀਜ਼ ਇਨ ਐਕਸਪੋਰਟ, ਰਾਈਜ਼ਿੰਗ ਐਕਸਪੋਰਟਸ ਪੁਸ਼ ਅਪ ਪ੍ਰਾਈਸ ਔਨ ਟੂ ਅਕਾਊਂਟਸ, ਕਿ ਦੋ ਵਜ੍ਹਾ ਕਰਕੇ ਐਕਸਪੋਰਟ ਦੇ ਵਧਣ ਕਰਕੇ ਕੀਮਤਾਂ ਵਧਦੀਆਂ ਹਨ। ਮੋਰ ਐਕਸਪੋਰਟਸ ਮੀਨਸ ਮੋਰ ਇਨਕਮ ਐਂਡ ਹੈਂਸ ਮੋਰ ਡਿਮਾਂਡ ਫॉर ਗੁੱਡਸ ਐਂਡ ਸਰਵਿਸਿਜ਼ ਬਾਈ ਐਕਸਪੋਰਟਰ ਲੀਡਿੰਗ ਟੂ ਰਾਈਜ਼ ਇਨ ਪ੍ਰਾਈਸਿਸ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਐਕਸਪੋਰਟਰ ਹਨ, ਜੋ ਨਿਰਯਾਤ ਕਰਤਾ ਹਨ, ਉਹ ਸਮਾਨ ਉਤਪਾਦਿਤ ਕਰਕੇ ਬਾਹਰ ਵੇਚ ਰਹੇ ਹਨ ਤੇ ਜਿਸ ਨਾਲ ਉਹਨਾਂ ਦੀ ਆਮਦਨ ਵੱਧ ਰਹੀ ਹੈ। ਤਾਂ ਇੱਕ ਪਾਸੇ ਜ਼ਿਆਦਾ ਐਕਸਪੋਰਟ, ਜ਼ਿਆਦਾ ਨਿਰਯਾਤ ਕਰਨ ਨਾਲ ਉਹਨਾਂ ਦੀ ਆਮਦਨ ਵੱਧ ਜਾਂਦੀ ਹੈ, ਜਿਸ ਕਰਕੇ ਉਹ ਮੰਗ ਜ਼ਿਆਦਾ ਕਰਨਗੇ, ਪਰ ਉਹ ਮੰਗ ਉਹਨਾਂ ਵਸਤੂਆਂ ਦੀ ਕਰਨਗੇ ਹੁਣ ਜੋ ਉਹਨਾਂ ਨੇ ਆਪਣੇ ਲਈ ਇਸਤੇਮਾਲ ਕਰਨੀਆਂ ਹਨ, ਯਾਨੀ ਕਿ ਜੋ ਦੇਸ਼ ਵਿੱਚ ਉਤਪਾਦਿਤ ਹੋਈਆਂ ਹਨ। ਸੋ ਜੋ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ ਉਹ ਬਾਹਰ ਭੇਜ ਦਿੱਤਾ ਹੈ ਅਤੇ ਆਮਦਨ ਵਧੀ ਹੈ ਤੇ ਉਹ ਵਸਤੂਆਂ ਦੀ ਮੰਗ ਵਧਾ ਰਹੇ ਹਨ, ਜ਼ਿਆਦਾ ਕਰ ਰਹੇ ਹਨ, ਜਿਹੜੀਆਂ ਕਿ ਦੇਸ਼ ਵਿੱਚ ਉਤਪਾਦਿਤ ਹੋਈਆਂ ਹਨ। ਸੋ ਮੰਗ ਵਧਣ ਕਰਕੇ ਕੀਮਤਾਂ ਵੱਧ ਸਕਦੀਆਂ ਹਨ। ਮੋਰ ਐਕਸਪੋਰਟ ਆਫ, ਸੈਕੰਡਲੀ ਮੋਰ ਐਕਸਪੋਰਟਸ ਆਫ ਕੰਜ਼ਿਊਮਰ ਗੁੱਡਸ ਮੀਨਸ ਲੈਸ ਸਪਲਾਈ ਫॉर ਡੋਮੈਸਟਿਕ ਕੰਜ਼ੰਪਸ਼ਨ। ਕਿ ਜਿੰਨਾ ਜ਼ਿਆਦਾ ਐਕਸਪੋਰਟ ਵਧੇਗਾ, ਜਿਸ ਤਰ੍ਹਾਂ ਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਜਦੋਂ ਫਸਲ ਜ਼ਿਆਦਾ ਅੱਛੀ ਹੋਈ ਹੁੰਦੀ ਹੈ ਤਾਂ ਖਾਸ ਕਰਕੇ ਜੋ ਪਿਆਜ਼ ਹੈ ਉਸ ਨੂੰ ਕਾਫੀ ਦੇਸ਼ਾਂ ਵਿੱਚ ਐਕਸਪੋਰਟ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਜਦੋਂ ਮੰਗ ਵੱਧਦੀ ਹੈ ਤਾਂ ਆਪਣੇ ਦੇਸ਼ ਵਿੱਚ ਇਹਦੀ ਕਮੀ ਹੋ ਜਾਂਦੀ ਹੈ। ਸੋ ਕਈ ਇਸੇ ਤਰ੍ਹਾਂ ਸ਼ੂਗਰ ਹੈ, ਇਹਦੇ ਵਿੱਚ ਵੀ ਇੱਦਾਂ ਦੀ ਸਮੱਸਿਆ ਕਈ ਵੇਲੇ ਆ ਜਾਂਦੀ ਹੈ। ਸੋ ਕਈ ਤਰ੍ਹਾਂ ਦੇ ਪਦਾਰਥ ਇਸ ਤਰ੍ਹਾਂ ਦੇ ਹਨ ਜਦੋਂ ਅਸੀਂ ਉਹਨਾਂ ਨੂੰ ਐਕਸਪੋਰਟ ਕਰਦੇ ਹਾਂ ਜ਼ਿਆਦਾ, ਤਾਂ ਦੇਸ਼ ਵਿੱਚ ਉਹਨਾਂ ਦੀ ਕਮੀ ਹੋ ਸਕਦੀ ਹੈ, ਜਿਸ ਕਰਕੇ ਪੂਰਤੀ ਘਟ ਜਾਂਦੀ ਹੈ ਅਤੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਸੋ ਜੋ ਐਕਸਪੋਰਟ ਹੈ ਉਹ ਦੋਨਾਂ ਤੱਕ ਪੱਖਾਂ ਦੇ ਉੱਤੇ ਕੰਮ ਕਰ ਰਿਹਾ ਹੈ, ਡਿਮਾਂਡ ਤੇ ਸਪਲਾਈ ਸਾਈਡ ਤੇ ਵੀ। ਸੋ ਐਕਸਪੋਰਟਰਸ ਦੀ ਇਨਕਮ ਵਧੇਗੀ ਵੈਨ ਦ ਇਨਕਮ ਆਫ ਐਕਸਪੋਰਟਰਸ ਇਨਕਰੀਜ਼ ਡਿਊ ਟੂ ਮੋਰ ਐਕਸਪੋਰਟਸ, they demand more goods and services because of increase in income. This leads to increase in demand and ultimately results in more prices, and more exports also works on supply side कि जिन्ने ज़्यादा export होंगे this will lead to fall in supply of goods and services in the domestic economy। कि ਬਾਹਰ ਸਮਾਨ ਜ਼ਿਆਦਾ ਵੇਚਦਾ ਹੈ ਤੇ ਆਪਣੇ ਦੇਸ਼ ਵਿੱਚ ਹੋ ਸਕਦਾ ਉਹਨਾਂ ਹੀ ਪਦਾਰਥਾਂ ਦੀ ਕਮੀ ਆ ਜਾਏ ਜਿਹਦੇ ਕਰਕੇ ਕੀਮਤਾਂ ਵੱਧ ਜਾਣ। Now next we have factors responsible for inflation on supply side, ਕਿ ਪੂਰਤੀ ਪੱਖ ਦੇ ਉੱਤੇ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਕੀਮਤਾਂ ਜੋ ਹੈ ਉਹ ਵੱਧ ਜਾਂਦੀਆਂ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕੀਮਤਾਂ ਦਾ ਨਿਰਧਾਰਨ ਮੰਗ ਅਤੇ ਪੂਰਤੀ ਦੁਆਰਾ ਹੀ ਹੁੰਦਾ ਹੈ। ਸੋ ਅਸੀਂ ਮੰਗ ਬਾਰੇ ਤਾਂ ਪੜ੍ਹ ਲਿਆ ਹੈ, ਹੁਣ ਪੂਰਤੀ ਬਾਰੇ ਦੇਖੀਏ। ਪੂਰਤੀ ਪੱਖ ਦੇ ਉੱਤੇ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਕੀਮਤਾਂ ਵਧਣਗੀਆਂ। ਬੜੇ ਸਿੰਪਲ ਆਪਾਂ ਇਹਨਾਂ ਨੂੰ ਸਮਝ ਸਕਦੇ ਹਾਂ। ਲੈਸ ਪ੍ਰੋਡਕਸ਼ਨ, ਕਿ ਜੇ ਕਿਸੇ ਵਜ੍ਹਾ ਕਰਕੇ ਪ੍ਰੋਡਕਸ਼ਨ ਘਟ ਗਈ ਹੈ, ਪ੍ਰੋਡਕਸ਼ਨ ਦੇ ਵਿੱਚ ਕਮੀ ਆ ਗਈ ਹੈ, ਤਾਂ ਇਸ ਦੇ ਨਾਲ ਜੋ ਹੈ ਕੀਮਤਾਂ ਜ਼ਰੂਰ ਵਧਣਗੀਆਂ। ਹੁਣ ਪ੍ਰੋਡਕਸ਼ਨ ਕਿਉਂ ਘਟ ਸਕਦੀ ਹੈ? ਪ੍ਰੋਡਕਸ਼ਨ ਮੇ ਫਾਲ ਡਿਊ ਟੂ ਡਾਇਵਰਸ ਰੀਜ਼ਨ ਸੱਚ ਐਜ਼ ਡਿਸਪਿਊਟ ਬਿਟਵੀਨ ਇੰਪਲਾਇਰਸ ਐਂਡ ਇੰਪਲਾਈਜ਼, ਕਿ ਜੋ ਇੰਪਲਾਇਰਸ ਨੇ ਜਿਨ੍ਹਾਂ ਨੇ ਕੰਮ ਤੇ ਰੱਖਿਆ ਜਾਂ ਫੈਕਟਰੀ ਦੇ ਮਾਲਕ ਹਨ ਉਹਨਾਂ ਦੇ ਵਿੱਚ ਤੇ ਲੇਬਰਸ ਦੇ ਵਿੱਚ ਕੋਈ ਝਗੜਾ ਪੈ ਗਿਆ ਹੈ। ਨੈਚੁਰਲ ਕਲੈਮਿਟੀ, ਕੋਈ ਕੁਦਰਤੀ ਆਪਦਾ ਆ ਗਈ ਹੈ। ਅੰਡਰ ਯੂਟੀਲਾਈਜੇਸ਼ਨ ਆਫ ਪ੍ਰੋਡਕਸ਼ਨ ਕਪੈਸਿਟੀ, ਨॉन ਅਵੇਲੇਬਿਲਿਟੀ ਆਫ ਸਟ੍ਰੈਟੇਜਿਕ ਇਨਪੁਟਸ। ਕਈ ਕਾਰਨ ਹੋ ਸਕਦੇ ਹਨ ਕਿ ਜਿਹਦੇ ਕਰਕੇ ਉਤਪਾਦਨ ਘਟ ਸਕਦਾ ਹੈ, ਜਿਹਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਡਿਸਪਿਊਟ ਪੈ ਗਿਆ ਹੈ ਇੰਪਲਾਇਰ ਇੰਪਲਾਈ ਦੇ ਵਿੱਚ, ਤੇ ਕੋਈ ਕੁਦਰਤੀ
ਜੋ ਆਫਤ ਆ ਗਈ ਹੈ ਜਾਂ ਕੋਈ ਕੈਪੈਸਿਟੀ ਜੋ ਹੈ ਉਹ ਨਹੀਂ ਯੂਜ਼ ਕੀਤੀ ਜਾ ਰਹੀ ਕਿਉਂਕਿ ਸਾਡੇ ਕੋਲ ਇਨਪੁਟਸ ਦੀ ਕਮੀ ਹੈ। ਸੋ ਇਹਨਾਂ ਕਰਕੇ ਜੇ ਉਤਪਾਦਨ ਘਟੇਗਾ ਤਾਂ ਪੂਰਤੀ ਘਟੇਗੀ ਤਾਂ ਇਸ ਕਾਰਨ ਕੀਮਤਾਂ ਵਧਣਗੀਆਂ। ਆਰਟੀਫਿਸ਼ੀਅਲ ਸਕੈਸਿਟੀ ਕਿ ਬਣਾਵਟੀ ਦੁਰਲਭਤਾ ਕਿ ਕਈ ਵੇਲੇ ਜੋ ਜਮ੍ਹਾਖੋਰੀ ਹੈ ਕਿ ਜਿਹੜਾ ਜ਼ਿਆਦਾ ਲਾਭ ਕਮਾਉਣ ਦੇ ਲਈ ਕਿ ਕੁਝ ਜਿਹੜੇ ਜਮ੍ਹਾਖੋਰ ਹਨ ਜਾਂ ਕੁਝ ਲੋਕ ਜੋ ਹਨ ਉਹ ਸਮਾਨ ਜਮ੍ਹਾਂ ਕਰਕੇ ਰੱਖ ਲੈਂਦੇ ਹਨ ਅਤੇ ਮਾਰਕੀਟ ਵਿੱਚ ਬਣਾਵਟੀ ਉਸਦੀ ਦੁਰਲਭਤਾ ਜਾਂ ਉਸਦੀ ਘਾਟ ਬਣਾ ਦਿੰਦੇ ਹਨ, ਜਿਸ ਕਰਕੇ ਕੀਮਤਾਂ ਵੱਧ ਜਾਂਦੀਆਂ ਹਨ। ਸੋ ਇਸ ਨੂੰ ਸਹੀ ਨਹੀਂ ਸਮਝਿਆ ਜਾਂਦਾ, ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ ਜਮ੍ਹਾਖੋਰੀ ਦੇ ਖਿਲਾਫ। ਟੈਕਸੇਸ਼ਨ ਪਾਲਿਸੀ ਆਫ ਦ ਗਵਰਨਮੈਂਟ, ਹਾਈ ਰੇਟ ਆਫ ਸੇਲ ਟੈਕਸ, ਐਕਸਾਈਜ਼ ਡਿਊਟੀ, ਕਾਰਪੋਰੇਸ਼ਨ ਟੈਕਸ, ਐਕਸਪੈਂਡੀਚਰ ਟੈਕਸ, ਇਹ ਜੋ ਟੈਕਸ ਹਨ ਜੋ ਪ੍ਰੋਡਕਸ਼ਨ 'ਤੇ ਲੱਗਦੇ ਹਨ, ਕਿਸ ਤਰ੍ਹਾਂ GST ਹੈ, ਇੰਡਾਇਰੈਕਟ ਟੈਕਸ ਹੈ। ਸੋ ਜਦੋਂ ਇਹ ਟੈਕਸ ਵੱਧ ਜਾਣਗੇ ਜਿਸ ਕਰਕੇ ਪ੍ਰੋਡਕਸ਼ਨ 'ਤੇ ਬੁਰਾ ਪ੍ਰਭਾਵ ਪਏਗਾ। ਜੇ ਸਰਕਾਰ ਉਤਪਾਦਨ 'ਤੇ ਜਾਂ ਇੰਡਸਟਰੀਜ਼ 'ਤੇ ਜ਼ਿਆਦਾ ਟੈਕਸ ਲਗਾ ਰਹੀ ਹੈ ਜੋ ਉਹਨਾਂ ਦੇ ਪ੍ਰੋਫਿਟ 'ਤੇ ਵੀ ਲੱਗਦਾ ਹੈ, ਉਤਪਾਦਨ 'ਤੇ ਲੱਗਦਾ ਹੈ ਜਾਂ ਜੋ ਵਸਤੂਆਂ ਨੂੰ ਵੇਚਿਆ ਜਾਂਦਾ ਹੈ GST ਵਗੈਰਾ, ਤਾਂ ਇਸ ਦੇ ਨਾਲ ਅੰਡਰ ਦਿਸ ਸਿਚੁਏਸ਼ਨ ਈਵਨ ਵੈਨ ਡਿਮਾਂਡ ਫॉर ਗੁੱਡਸ ਰਿਮੇਨ ਕੌਨਸਟੈਂਟ ਦੇਰ ਵਿਲ ਬੀ ਰਾਈਜ਼ ਇਨ ਪ੍ਰਾਈਸ, ਕਿਉਂਕਿ ਇਸ ਦੇ ਵਿੱਚ ਕੀ ਹੈ ਕਿ ਜ਼ਿਆਦਾ ਟੈਕਸ ਲਗਾਉਣ ਕਰਕੇ ਜੋ ਉਤਪਾਦਕ ਹਨ ਉਹ ਨਿਰਉਤਸ਼ਾਹਿਤ ਹੋਣਗੇ ਅਤੇ ਉਤਪਾਦਨ ਘਟੇਗਾ, ਜਿਸ ਕਰਕੇ ਕੀਮਤਾਂ ਵਧਣਗੀਆਂ। ਸ਼ਾਰਟੇਜ ਆਫ ਫੂਡ ਗ੍ਰੇਨਸ, in the event of shortfall in production of food grains, pulses, edible oils, etc., their prices shoot up। ਕਿ ਐਗਰੀਕਲਚਰ ਕਿਉਂਕਿ ਆਪਾਂ ਜਾਣਦੇ ਹਾਂ ਇੱਕ ਕੁਦਰਤ ਦੇ ਉੱਤੇ ਨਿਰਭਰ ਕਰਦੀ ਹੈ। ਜੇਕਰ ਮੌਨਸੂਨ ਸਹੀ ਸਮੇਂ 'ਤੇ ਆ ਜਾਏ ਤਾਂ ਉਤਪਾਦਨ ਵੱਧ ਸਕਦਾ ਹੈ, ਪਰ ਜੇਕਰ ਕਿਸੇ ਸਾਲ ਜੋ ਹੈ ਉਹ ਬਾਰਿਸ਼ ਨਹੀਂ ਠੀਕ ਹੁੰਦੀ, ਕੁਦਰਤ ਜੋ ਹੈ ਉਹ ਉਹਦੇ ਵਿੱਚ ਹੈਲਪ ਨਹੀਂ ਕਰ ਰਹੀ ਹੈ, ਮਦਦ ਨਹੀਂ ਕਰ ਰਹੀ ਹੈ ਉਤਪਾਦਨ ਦੇ ਵਿੱਚ। ਜ਼ਿਆਦਾ ਕਿ ਅਸੀਂ ਜਾਣਦੇ ਹਾਂ ਕਿ ਐਗਰੀਕਲਚਰ ਬਹੁਤ ਜ਼ਿਆਦਾ ਜੋ ਹੈ ਉਹ ਨੈਚੁਰਲ ਫੈਕਟਰਸ ਦੇ ਉੱਤੇ, ਕੁਦਰਤੀ ਜਿਹੜੇ ਤੱਤ ਨੇ ਉਹਨਾਂ 'ਤੇ ਹੀ ਨਿਰਭਰ ਕਰਦੀ ਹੈ। ਤਾਂ ਜੇ ਕਿਸੇ ਸਾਲ ਜੋ ਅਨਾਜ ਹੈ ਉਸਦਾ ਉਤਪਾਦਨ ਘਟ ਗਿਆ ਹੈ ਤਾਂ ਇਸ ਦੇ ਨਾਲ ਉਹਨਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਕਈ ਵੇਲੇ ਸਾਡੇ ਹੱਥ ਦੇ ਵਿੱਚ ਨਹੀਂ ਹੁੰਦਾ। ਇੰਡਸਟਰੀਅਲ ਡਿਸਪਿਊਟਸ ਕਿ ਕਈ ਵੇਲੇ ਜੋ ਉਦਯੋਗਿਕ ਝਗੜੇ ਹਨ ਵੱਧ ਜਾਂਦੇ ਹਨ, ਜਿਸ ਕਰਕੇ ਸਟ੍ਰਾਈਕ ਹੋ ਜਾਂਦੀ ਹੈ। ਸੋ ਇੱਦਾਂ ਦੀ ਲੌਕਆਊਟ ਜਾਂ ਸਟ੍ਰਾਈਕ ਹੋਣ ਕਰਕੇ, ਤਾਲਾਬੰਦੀ ਹੋਣ ਕਰਕੇ ਉਤਪਾਦਨ ਬੰਦ ਹੋ ਜਾਂਦਾ ਹੈ, ਜਿਸ ਕਰਕੇ ਕੀਮਤਾਂ ਵੱਧਦੀਆਂ ਹਨ। ਦੈਨ ਟੈਕਨੀਕਲ ਚੇਂਜਸ, ਨਿਊ ਇਨਵੈਂਸ਼ਨਸ ever take place in this dynamic age of science, switching over to new techniques take time। ਕਿ ਜਦੋਂ ਅਸੀਂ ਕੋਈ ਨਵੀਂ ਇਨਵੈਂਸ਼ਨ, ਨਵੀਂ ਟੈਕਨੀਕ ਆ ਗਈ ਹੈ, ਨਵੀਂ ਟੈਕਨੋਲੋਜੀ ਆ ਗਈ ਹੈ, ਨਵੀਂ ਮਸ਼ੀਨਾਂ, ਨਵੇਂ ਤਰੀਕੇ ਉਤਪਾਦਨ ਦੇ, ਤਾਂ ਇਹਨਾਂ ਨੂੰ ਸਮਝਣ ਦੇ ਵਿੱਚ, ਸਿੱਖਣ ਦੇ ਵਿੱਚ ਥੋੜ੍ਹਾ ਟਾਈਮ ਲੱਗਦਾ ਹੈ। ਅਤੇ ਜਦ ਤੱਕ ਉਹ ਨਹੀਂ ਸਿੱਖੇ ਜਾਂਦੇ ਜਾਂ ਨਹੀਂ ਸਮਝੇ ਜਾਂਦੇ ਉਦ ਤੱਕ ਜੋ ਹੈ ਉਹ ਜਿਹੜਾ ਹੈ ਉਹ 'ਚ ਸਮਾਂ ਵੀ ਲੱਗ ਸਕਦਾ ਹੈ, ਜਿਸ ਕਰਕੇ ਉਤਪਾਦਨ ਨਹੀਂ ਵੱਧਦਾ। ਦੂਸਰੇ ਪਾਸੇ ਨਵੀਂ ਮਸ਼ੀਨਰੀ ਜਾਂ ਨਵੇਂ ਟੈਕਨੀਸ਼ੀਅਨ, ਸਪੈਸ਼ਲਿਸਟ ਜਿਹੜੇ ਨੇ ਉਹ ਉਹਨਾਂ ਨੂੰ ਜ਼ਿਆਦਾ ਪੇਮੈਂਟ ਕਰਨੀ ਪੈਂਦੀ ਹੈ, ਜਿਸ ਕਰਕੇ ਉਤਪਾਦਨ ਦੀ ਲਾਗਤ ਵੱਧ ਸਕਦੀ ਹੈ, ਜਿਸ ਕਰਕੇ ਕੀਮਤਾਂ ਵੱਧ ਜਾਣਗੀਆਂ। ਲੈਕ ਆਫ ਰॉ ਮਟੀਰੀਅਲ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਕੁਦਰਤੀ ਸਮੱਸਿਆ ਕਰਕੇ ਜੋ ਹੈ ਕਈ ਵਾਰੀ ਜਾਂ ਕੋਈ ਟਰਾਂਸਪੋਰਟੇਸ਼ਨ ਦੇ ਵਧੀਆ ਮੀਨਸ ਨਾ ਹੋਣ ਕਰਕੇ ਜਾਂ ਸਾਡੇ ਕੋਲ ਟੈਕਨੋਲੋਜੀ ਨਾ ਹੋਣ ਕਰਕੇ ਜਿਹੜੀ ਅਸੀਂ ਰॉ ਮਟੀਰੀਅਲ ਜ਼ਮੀਨ ਦੇ ਥੱਲੇ ਹੈ ਤਾਂ ਸਹੀ, ਪਰ ਅਸੀਂ ਨਹੀਂ ਕੱਢ ਪਾ ਰਹੇ। ਸੋ ਜੇਕਰ ਰॉ ਮਟੀਰੀਅਲ ਜੋ ਹੈ ਕੱਚਾ ਮਾਲ ਅਵੇਲੇਬਲ ਨਹੀਂ ਹੈ ਤਾਂ ਉਤਪਾਦਨ ਵਿੱਚ ਵਾਧਾ ਨਹੀਂ ਹੋਏਗਾ, ਕੀਮਤਾਂ ਵਧਣਗੀਆਂ। ਨੈਚੁਰਲ ਕਲੈਮਿਟੀਜ਼, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਜੇਕਰ ਕੋਈ ਕੁਦਰਤੀ ਆਫਤ ਆ ਗਈ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕਦਮ ਕੋਈ ਨੈਚੁਰਲ ਕਲੈਮਿਟੀ, ਕੁਦਰਤੀ ਆਫਤ, ਭੂਚਾਲ ਹੈ ਜਾਂ ਹੜ੍ਹ ਹਨ ਜਾਂ ਸੋਕਾ ਪੈ ਗਿਆ ਹੈ ਆਦਿ, ਤਾਂ ਇਹਦੇ ਕਰਕੇ ਉਤਪਾਦਨ ਵਿੱਚ ਇੱਕਦਮ ਕਮੀ ਆ ਜਾਏਗੀ। ਦੈਨ ਪ੍ਰੋਡਕਸ਼ਨ ਸੈਟਅਪ, ਕਿ ਜੋ ਸੈਟਅਪ ਹੈ ਪ੍ਰੋਡਕਸ਼ਨ ਦੇ ਲਈ, ਉਤਪਾਦਨ ਦੇ ਲਈ, ਕਈ ਵਾਰੀ ਇਸ ਤਰ੍ਹਾਂ ਹੁੰਦਾ। ਸਮ ਟਾਈਮ ਪ੍ਰੋਡਕਸ਼ਨ ਪੈਟਰਨ ਇਨ ਦ ਕੰਟਰੀ ਅੰਡਰਗੋਜ਼ ਸੱਚ ਏ ਚੇਂਜ ਦੈਟ ਪ੍ਰੋਡਿਊਸਰ ਬਿਗੇਨ ਟੂ ਪ੍ਰੋਡਿਊਸ ਮੋਰ ਐਂਡ ਮੋਰ ਆਫ ਲਗਜ਼ਰੀ ਗੁੱਡਸ ਔਰ ਬੇਸਿਕ ਐਂਡ ਹੈਵੀ ਗੁੱਡਸ, ਕਿ ਇਸ ਤਰ੍ਹਾਂ ਦੀ ਪਰਿਵਰਤਨ ਆ ਸਕਦਾ ਹੈ ਉਤਪਾਦਨ ਦੇ ਪੈਟਰਨ ਦੇ ਵਿੱਚ, ਉਸਦੇ ਤਰੀਕੇ ਦੇ ਵਿੱਚ, ਜਾਂ ਅਸੀਂ ਕਿਹਨਾਂ ਚੀਜ਼ਾਂ ਦਾ ਉਤਪਾਦਨ ਕਰ ਰਹੇ ਹਾਂ ਉਹਦੇ ਵਿੱਚ ਪਰਿਵਰਤਨ ਹੋ ਸਕਦਾ ਹੈ। ਕਿ ਜੇਕਰ ਕੋਈ ਇੱਦਾਂ ਦੇ ਪਰਿਵਰਤਨ ਹੋਣ ਕਿ ਉਤਪਾਦਨ ਜੋ ਹੈ ਉਹ ਵਿਲਾਸਤਾ ਵਾਲੀਆਂ ਵਸਤੂਆਂ ਜਾਂ ਬੇਸਿਕ ਅਤੇ ਜਾਂ ਆਧਾਰਭੂਤ ਅਤੇ ਭਾਰੀ ਮਸ਼ੀਨਰੀ ਵਗੈਰਾ ਇੱਦਾਂ ਦੀਆਂ ਵਸਤੂਆਂ ਦਾ ਉਤਪਾਦਨ ਜ਼ਿਆਦਾ ਹੋਣ ਲੱਗ ਪਏ, ਜਾਂ ਇੱਦਾਂ ਦੀਆਂ ਵਸਤੂਆਂ ਜਿਹਦੇ ਵਿੱਚ ਪ੍ਰੋਫਿਟ ਜ਼ਿਆਦਾ ਨਜ਼ਰ ਆਏ, ਲਾਭ ਜ਼ਿਆਦਾ ਨਜ਼ਰ ਆਏ, ਤਾਂ ਉਹਨਾਂ ਦਾ ਉਤਪਾਦਨ ਹੋਣ ਲੱਗ ਪਏ, ਤਾਂ ਜਿਹੜੀਆਂ ਵਸਤੂਆਂ ਆਮ ਲੋਕਾਂ ਨੂੰ ਚਾਹੀਦੀਆਂ ਹਨ, ਜੋ ਰੋਜ਼ਮर्रा ਦੇ ਜੋ ਜੀਵਨ ਵਿੱਚ ਇਸਤੇਮਾਲ ਹੁੰਦੀਆਂ ਹਨ, ਹੋ ਸਕਦਾ ਹੈ ਉਹਨਾਂ ਦੀ ਕਮੀ ਹੋ ਜਾਏ, ਜਿਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਜਿਹੜਾ ਹੈ ਇਹਨਾਂ ਵਸਤੂਆਂ ਦਾ ਫਿਰ ਵੱਧ ਜਾਏਗਾ। ਦੂਸਰੇ ਪਾਸੇ ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ
ਇੰਨਾ ਜ਼ਿਆਦਾ ਉਤਪਾਦਨ ਹੋ ਰਿਹਾ ਹੈ ਲਗਜ਼ਰੀ ਗੁੱਡਸ ਦਾ, ਬੇਸਿਕ ਐਂਡ ਹੈਵੀ ਗੁੱਡਸ ਦਾ, ਤਾਂ ਇਸ ਦੇ ਨਾਲ ਇੰਪਲੋਇਮੈਂਟ ਤੇ ਮਿਲ ਰਹੀ ਹੈ, ਲੋਕਾਂ ਦੀ ਜੋ ਹੈ ਆਮਦਨੀ ਵਧ ਰਹੀ ਹੈ, ਪਰ ਉਹਨਾਂ ਵਸਤੂਆਂ ਦਾ ਇਸਤੇਮਾਲ ਉਹਨਾਂ ਵਸਤੂਆਂ ਦੀ ਉਤਪਾਦਨ ਜੋ ਕਿ ਹਰ ਬੰਦੇ ਨੇ ਇਸਤੇਮਾਲ ਕਰਨੀਆਂ ਹਨ, ਉਹਨਾਂ ਦਾ ਉਤਪਾਦਨ ਘਟ ਜਾਂਦਾ ਹੈ, ਕਿਉਂਕਿ ਜ਼ਿਆਦਾ ਧਿਆਨ ਜੋ ਹੈ ਉਹ ਲਗਜ਼ਰੀ ਵਿਲਾਸਤਾ ਵਾਲੀਆਂ ਬੇਸਿਕ ਆਧਾਰਭੂਤ ਅਤੇ ਜਾਂ ਬਹੁਤ ਹੈਵੀ ਗੁੱਡਸ ਭਾਰੀ ਵਸਤੂਆਂ ਜਿਹੜੀਆਂ ਉਹਨਾਂ ਦਾ ਉਤਪਾਦਨ ਜ਼ਿਆਦਾ ਹੋ ਰਿਹਾ ਹੈ। ਸੋ ਇਸ ਕਰਕੇ ਵੀ ਇੱਦਾਂ ਦੇ ਪਰਿਵਰਤਨ ਹੋਣ ਕਰਕੇ ਵੀ ਜਿਹੜਾ ਹੈ ਉਹ ਕੀਮਤਾਂ ਵੱਧ ਜਾਂਦੀਆਂ ਹਨ। ਦੈਨ ਵਾਰ, ਲੜਾਈ। ਸੋ ਜੰਗ ਜਦੋਂ ਲੱਗ ਜਾਂਦੀ ਹੈ ਤੇ ਜੰਗ ਦੇ ਦੌਰਾਨ ਜੋ ਹੈ ਉਹ ਅਸੀਂ ਜਾਣਦੇ ਹਾਂ ਕਿ ਉਤਪਾਦਨ ਦੇ ਵਿੱਚ ਕਮੀ ਆਉਂਦੀ ਹੈ ਤੇ ਜ਼ਿਆਦਾਤਰ ਜੋ ਉਤਪਾਦਨ ਹੈ ਉਹ ਇਹਨਾਂ ਵਸਤੂਆਂ ਦਾ ਕੀਤਾ ਜਾਂਦਾ ਹੈ, ਜਾਂ ਸਰਕਾਰ ਦਾ ਜ਼ਿਆਦਾ ਧਿਆਨ ਜੋ ਹੈ ਖਰਚਾ ਜੋ ਹੈ ਉਹ ਪ੍ਰੋਡਕਸ਼ਨ ਪ੍ਰਕਿਰਿਆ ਹੈ ਜੋ ਉਹ ਵਾਰ ਗੁੱਡਸ ਜਿਹੜੀਆਂ ਕਿ ਲੜਾਈ ਦੇ ਜੰਗ ਦੇ ਮੈਦਾਨ ਵਿੱਚ ਇਸਤੇਮਾਲ ਹੋਣਗੀਆਂ ਉਹਨਾਂ ਦਾ ਹੀ ਇਸਤੇਮਾਲ ਕੀਤਾ ਜਾਏਗਾ ਤੇ ਉਹਨਾਂ ਦੇ ਹੀ ਉਤਪਾਦਨ ਵਧਾਇਆ ਜਾਏਗਾ, ਜਿਸ ਕਰਕੇ ਉਤਪਾਦਨ ਜੋ ਹੈ ਸੋ ਲੜਾਈ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਮਾਨ ਜੋ ਹੈ ਹਥਿਆਰ ਵਗੈਰਾ ਉਹਨਾਂ ਦਾ ਹੀ ਉਤਪਾਦਨ ਵਧੇਗਾ, ਜਿਸ ਕਰਕੇ ਕੰਜ਼ਿਊਮਰ ਗੁੱਡਸ ਦੀ ਜੋ ਪ੍ਰੋਡਕਸ਼ਨ ਘਟ ਸਕਦੀ ਹੈ, ਜਿਸ ਕਰਕੇ ਕੀਮਤਾਂ ਵੱਧ ਜਾਣਗੀਆਂ। ਇੰਟਰਨੈਸ਼ਨਲ ਕਾਜ਼ਸ, ਅੰਤਰਰਾਸ਼ਟਰੀ ਕਾਰਨ। In modern times, different countries have trade relation with one another. Price rise in one trading country has its effect on other countries as well. ਕਿ ਅੰਤਰਰਾਸ਼ਟਰੀ ਕਾਰਨ ਵੀ ਹੋ ਸਕਦੇ ਹਨ, ਜਿਸ ਕਰਕੇ ਇੱਕ ਦੇਸ਼ ਦੇ ਵਿੱਚ ਜੇਕਰ ਇੱਕ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਸ ਦਾ ਅਸਰ ਦੂਜਿਆਂ ਤੇ ਵੀ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪੈਟਰੋਲੀਅਮ ਪ੍ਰੋਡਕਟਸ ਦੇ ਜਦੋਂ ਪ੍ਰਾਈਸ ਵਧਣਗੇ ਤਾਂ ਉਹਦਾ ਅਸਰ ਬਾਕੀ ਦੇਸ਼ਾਂ ਦੇ ਉੱਤੇ ਵੀ ਪਏਗਾ, ਕੀਮਤਾਂ ਵਧਣਗੀਆਂ। ਇਸ ਤੋਂ ਇਲਾਵਾ ਮੌਜੂਦਾ ਦੌਰ ਵਿੱਚ ਜੋ ਆਪਾਂ ਦੇਖ ਰਹੇ ਹਾਂ ਕਿ ਜੋ ਇਹ ਕਰੋਨਾ ਵਾਇਰਸ ਦੀ ਸਮੱਸਿਆ ਚਾਈਨਾ ਤੋਂ ਸ਼ੁਰੂ ਹੋਈ ਹੈ, ਜਿਸ ਦੇ ਨਾਲ ਉਹ ਬਾਕੀ ਦੇਸ਼ਾਂ ਵਿੱਚ ਹੀ ਫੈਲ ਗਈ ਹੈ, ਕਿਉਂਕਿ ਅਸੀਂ ਸਾਰੇ ਦੇਸ਼ਾਂ ਦੇ ਨਾਲ ਸਾਡੇ ਵਪਾਰ ਹਨ, ਚਾਈਨਾ ਦੇ ਦੂਸਰੇ ਦੇਸ਼ਾਂ ਨਾਲ ਵੀ ਸੰਬੰਧ ਹਨ ਆਰਥਿਕ। ਤੋਂ ਜਦੋਂ ਇਸ ਤਰ੍ਹਾਂ ਦੇ ਕੋਈ ਕਾਰਨ, ਕੋਈ ਘਟਨਾ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਹੋ ਜਾਂਦੀ ਹੈ, ਚਾਹੇ ਕੋਈ ਕਿਸੇ ਦੁਨੀਆ ਦੇ ਇਲਾਕੇ ਵਿੱਚ ਕੋਈ ਲੜਾਈ ਲੱਗ ਗਈ ਹੈ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਵਾਇਰਸ ਦੀ, ਤਾਂ ਉਹਦਾ ਅਸਰ ਬਾਕੀਆਂ ਤੇ ਵੀ ਨਜ਼ਰ ਆਉਂਦਾ ਹੈ, ਜਿਸ ਕਰਕੇ ਕੀਮਤਾਂ ਵੱਧ ਜਾਂਦੀਆਂ ਹਨ। ਇੰਡਸਟਰੀਅਲ ਪਾਲਿਸੀ ਆਫ ਗਵਰਨਮੈਂਟ, ਇਫ ਇੰਡਸਟਰੀਅਲ ਪਾਲਿਸੀ ਆਫ ਗਵਰਨਮੈਂਟ ਇਜ਼ ਰਿਸਟ੍ਰਿਕਟਿਵ, ਕਿ ਜੇ ਉਹਦੇ ਵਿੱਚ ਰੋਕਾਂ ਹਨ, ਜੋ ਸਰਕਾਰ ਦੀ ਉਦਯੋਗਿਕ ਨੀਤੀ ਹੈ, ਸਰਕਾਰ ਉਦਯੋਗਾਂ ਨੂੰ ਜੋ ਹੈ ਉਹ ਪੂਰੀ ਤਰ੍ਹਾਂ ਉਹ ਓਪਨ ਨਹੀਂ ਕਰ ਰਹੀ, ਉਹਨਾਂ ਨੂੰ ਖੁੱਲੀ ਛੁੱਟੀ ਜਿਸ ਤਰ੍ਹਾਂ ਨਹੀਂ ਦੇ ਰਹੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਜਿਹੜਾ ਹੈ ਉਹ ਉਤਪਾਦਨ ਕਰਨ, ਉਹਨਾਂ ਦੇ ਉੱਤੇ ਕੰਟਰੋਲ ਕੀਤਾ ਗਿਆ, ਉਹਨਾਂ ਤੇ ਨਿਯੰਤਰਣ ਰੱਖਿਆ ਗਿਆ ਹੈ, ਤਾਂ ਇਸ ਦੇ ਨਾਲ ਵੀ ਉਤਪਾਦਨ ਜੋ ਨਹੀਂ ਹੋਏਗਾ, ਇੱਕਦਮ ਨਹੀਂ ਵਧੇਗਾ, ਮੰਗ ਵਧਣ ਦੇ ਅਨੁਸਾਰ ਤਾਂ ਕੀਮਤਾਂ ਵਧਣਗੀਆਂ। ਬੋਟਲਨੈਕਸ ਇਨ ਪ੍ਰੋਡਕਸ਼ਨ, ਕਿ ਉਤਪਾਦਨ ਦੇ ਵਿੱਚ ਕੁਝ ਰੁਕਾਵਟਾਂ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਸਪਲਾਈ ਆਫ ਇਲੈਕਟ੍ਰੀਸਿਟੀ, ਕੋਲ, ਮੀਨਸ ਆਫ ਟਰਾਂਸਪੋਰਟੇਸ਼ਨ ਐਟਸੈਟਰਾ। ਸੋ ਜੇ ਇਹਨਾਂ ਦੀ ਸਪੋਜ਼ ਕਿ ਜੋ ਸਪਲਾਈ ਹੈ ਇਲੈਕਟ੍ਰੀਸਿਟੀ ਦੀ ਉਹ ਸਹੀ ਨਹੀਂ ਹੈ, ਜਿਸ ਦੇ ਵਿੱਚ ਜੋ ਬਿਜਲੀ ਦੀ ਜਾਂ ਐਨਰਜੀ ਦੇ ਸੋਰਸ ਜਿਹੜੇ ਹੋਰ ਹਨ, ਕੋਲ ਹੈ, ਜੇ ਇਹਨਾਂ ਦੀ ਪੂਰਤੀ ਜੋ ਠੀਕ ਨਹੀਂ ਹੈ ਜਾਂ ਇਹਦੇ ਵਿੱਚ ਕੁਝ ਪ੍ਰੋਬਲਮ ਹੈ, ਜਾਂ ਟਰਾਂਸਪੋਰਟੇਸ਼ਨ ਦੇ ਜੋ ਸਾਧਨ ਹਨ, ਜੋ ਆਵਾਜਾਈ ਦੇ ਸਾਧਨ ਹਨ, ਉਹ ਸਹੀ ਨਹੀਂ ਹਨ, ਸੜਕਾਂ ਸਹੀ ਨਹੀਂ ਹਨ, ਟਰਾਂਸਪੋਰਟੇਸ਼ਨ ਵਧੀਆ ਨਹੀਂ ਹੈ, ਤਾਂ ਇਸ ਦੇ ਨਾਲ ਜੋ ਹੈ ਉਤਪਾਦਨ ਪ੍ਰਕਿਰਿਆ ਜੋ ਹੈ ਉਹ ਰੁਕ ਜਾਂਦੀ ਹੈ ਜਾਂ ਉਸ ਵਿੱਚ ਉਸ ਦੀ ਗਤੀ ਘਟ ਜਾਂਦੀ ਹੈ, ਜਿਸ ਕਰਕੇ ਸਪਲਾਈ ਜੋ ਘਟ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ। ਸੋ ਇਹ ਤਾਂ ਕੁਝ ਕਾਰਨ ਹਨ ਜੋ ਮੰਗ ਅਤੇ ਪੂਰਤੀ ਪੱਖ ਦੇ ਉੱਤੇ ਆਪਾਂ ਦੇਖਿਆ। ਇਹਨਾਂ ਨੂੰ ਪੜ੍ਹਨ ਦੀ ਵਜ੍ਹਾ ਇਹ ਹੈ ਕਿ ਜੇ ਸਾਨੂੰ ਕਾਰਨ ਸਮਝ ਆ ਜਾਣ ਤਾਂ ਫਿਰ ਅਸੀਂ ਉਹਨਾਂ ਦਾ ਹੱਲ ਲੱਭ ਸਕਦੇ ਹਾਂ, ਕਿਉਂਕਿ ਜਿਹੜਾ ਸਾਡਾ ਮੇਨ ਸਵਾਲ ਹੈ ਉਹ ਮੁਦਰਾ ਸਫੀਤੀ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ, ਕੀਮਤਾਂ ਨੂੰ ਕਿਸ ਤਰ੍ਹਾਂ ਵਧਣ ਤੋਂ ਰੋਕਿਆ ਜਾ ਸਕਦਾ ਹੈ, ਤਾਂ ਉਹ ਸਾਡਾ ਮੇਨ ਜੋ ਹੈ ਮੁੱਖ ਸਵਾਲ ਹੈ। ਪਰੰਤੂ ਜਦੋਂ ਅਸੀਂ ਇਹ ਕਾਰਨ ਪੜ੍ਹ ਰਹੇ ਹਨ ਜੋ ਮੰਗ ਅਤੇ ਪੂਰਤੀ ਪੱਖ ਦੇ ਉੱਤੇ ਹਨ, ਤਾਂ ਅਸੀਂ ਇਹ ਸਮਝ ਸਕਦੇ ਹਾਂ ਫਿਰ ਆਸਾਨੀ ਨਾਲ ਕਿ ਇਹ ਮੁਦਰਾ ਸਫੀਤੀ ਨੂੰ ਕਿਸ ਤਰ੍ਹਾਂ ਆਪਾਂ ਨਿਯੰਤਰਿਤ ਕਰ ਸਕਦੇ ਹਾਂ। ਥੈਂਕ ਯੂ।